प्रोग्राम खास खबर देख रहे दर्शकों का स्वागत है। तुसीं देख रहे हो द पंजाब टॉक्स चैनल तो मैं हाँ कमलजीत सिद्धू। दो खबरां जिन्हां दे उत्ते गल करांगे। पहली खबर यह आ कि जोशी मठ दे विच जिहड़ी आ जमीन 'च तरेड़ां पै रहीआं आ, गरक रही आ जमीन ते पंजाब दे विच खेतीबाड़ी संकट ते सहकारिता दे मुद्दे उत्ते गलबात करांगे। 2 जनवरी की गल है दोस्तों। 2 जनवरी वाले दिन अचानक ये खबर आई सामने, जिस करके पूरे देश दे विच इस खबर की चर्चा हुई है कि जोशी मठ दे विच जमीन जिहड़ी आ धसदी जा रही है। पुरातन जिहड़े उत्थे घर सीगे जां नवें घर भी सीगे जां फिर उत्थे मंदिर सीगा, वो सारे तरेड़े गए आ, कई घर ढह गए आ, काफ़ी नुकसान लोगों का होया, लोगों नूं उस जगह नूं छड्डना भी पिया आ। कारण की बने आ 2 जनवरी की घटना उत्ते थोड़ी जी पड़चोल करने आ उत्थों के लोगों के हिसाब दे नाल। 2 जनवरी नूं दिन चढ़दा आ ते उस समय उत्थों दे लोग जिहड़े आ अपने घर दे अंदर उच्चियां आवाज़ां उन्होंने सुनिया कि घरां नूं की हुंदा जा रहा आ। तो हिमालय दीयां पहाड़ियां विच ये इलाका भारत के उत्तर विच स्थित उत्तराखंड सूबे विच है ते इस 52 साला दे एक बंदे ने ਜਦੋਂ बल्ब जगाया, जिस ਦਾ नाम प्रकाश पटियाल आ, ਉਹਨੇ ਜਦੋਂ बल्ब जगाया तो वेख्या कि 11 ਵਿੱਚੋਂ 9 ਕਮਰਿਆਂ ਦੀਆਂ ਕੰਧਾਂ ਜਿਹੜੀਆਂ ਆ ਉਹਨਾਂ 'ਚ ਵੱਡੀਆਂ ਤਰੇੜਾਂ ਆ ਗਈਆਂ। ਡਰ ਕਾਰਨ ਪਰਿਵਾਰ ਦੇ 11 ਮੈਂਬਰਾਂ ਨੂੰ ਉਹਨੇ 2 ਕਮਰਿਆਂ ਦੇ ਵਿੱਚ ਲੈ ਗਿਆ ਜਿੱਥੇ ਬਹੁਤ ਘੱਟ ਤਰੇੜਾਂ ਆਈਆਂ ਸਨ। ਉਹ ਕਹਿੰਦਾ ਕਿ ਅਸੀਂ ਬੜੀ ਦੇਰ ਤੱਕ ਜਾਗਦੇ ਰਹੇ, ਛੋਟੀ ਜਿਹੀ ਆਵਾਜ਼ ਨੇ ਡਰ ਪੈਦਾ ਕਰਤਾ, ਅਸੀਂ ਇਸ ਲਈ ਬਿਸਤਰੇ ਤਿਆਰ ਕਰ ਲਏ ਤਾਂ ਕਿ ਲੋੜ ਪੈਣ ਦੇ ਉੱਤੇ ਭੱਜਿਆ ਜਾ ਸਕੇ। ਇਹ ਕਸਬਾ ਜਿਹੜਾ ਆ ਜੋਸ਼ੀ ਮੱਠ, ਇਹ 2 ਘਾਟੀਆਂ ਦੇ ਵਿਚਕਾਰ 6151 ਫੁੱਟ ਦੇ ਉੱਤੇ ਸਥਿਤ ਹੈ। ਇਲਾਕੇ ਵਿੱਚ 4500 ਇਮਾਰਤਾਂ ਵਿੱਚੋਂ 670 ਵਿੱਚੋਂ ਤਰੇੜਾਂ ਆ ਗਈਆਂ ਨੇ। ਇਹਨਾਂ ਇਮਾਰਤਾਂ ਵਿੱਚ ਸਥਾਨਕ ਮੰਦਰ ਵੀ ਆ, ਇੱਕ ਰੋਪਵੇ ਵੀ ਸ਼ਾਮਲ ਹੈ। ਅਧਿਕਾਰੀਆਂ ਮੁਤਾਬਕ ਇਹ ਇਲਾਕਾ 350 ਮੀਟਰ ਚੌੜਾ ਤੇ ਇਸ ਦੇ ਨਾਲ ਹੀ ਗਲੀਆਂ ਅਤੇ ਜਿਹੜੀਆਂ ਪਗਡੰਡੀਆਂ ਬਣੀਆਂ ਸੀ ਉਹਨਾਂ ਦੇ ਵਿੱਚ ਵੀ ਤਰੇੜਾਂ ਪੈ ਗਈਆਂ ਨੇ। 2 ਹੋਟਲਾਂ ਦੀਆਂ ਇਮਾਰਤਾਂ ਇੱਕ ਦੂਜੇ ਵੱਲ ਝੁਕ ਗਈਆਂ ਆ। ਪਾਣੀ ਖੇਤਾਂ ਵਿੱਚ ਪੂਰੀ ਤਰ੍ਹਾਂ ਸਫਾਈ ਨਾ ਹੋਣ ਕਰਕੇ ਬਾਹਰ ਡੁੱਲਦਾ ਪਿਆ ਆ। ਤਬਾਹੀ ਤੋਂ ਬਚਾਉਣ ਵਾਲੀਆਂ ਜਿਹੜੀਆਂ ਟੀਮਾਂ ਆ ਉੱਥੇ ਪੁੱਜੀਆਂ ਹੋਈਆਂ ਆ। ਲੋੜ ਪੈਣ 'ਤੇ ਵਰਤਣ ਲਈ ਹੈਲੀਕਾਪਟਰ ਵੀ ਬੁਲਾ ਲਏ ਗਏ ਆ। ਤੇ उत्तराखंड के जिहड़े मुख मंत्री आ पुष्कर सिंह धामी, उन्हां दा कहना आ कि जाना बचाउणा साडी पहली तरजीह है। लोग औखे आ जिन्हां दा घर टुटदा होवे उहनूं महसूस हुंदा आ। ते 52 साला मजदूर उत्थों का एक दुर्गा प्रसाद आ नाम ਉਹਦੇ घर ਦੀਆਂ ਕੰਧਾਂ ਅਤੇ फर्श ਉੱਪਰ ਜਿਹੜੀਆਂ ਤਰੇੜਾਂ ਆ ਉਹ ਆ ਗਈਆਂ ਆ। ਤਾਂ ਅਧਿਕਾਰੀਆਂ ਨੇ ਉਸਦੇ ਪਰਿਵਾਰ ਦੇ 14 ਮੈਂਬਰਾਂ ਨੂੰ ਨੇੜਲੇ ਹੋਟਲ ਦੇ ਵਿੱਚ ਭੇਜਤਾ, ਪਰ ਪਰਿਵਾਰ ਦਿਨ ਸਮੇਂ ਆਪਣੇ ਘਰੇ ਆ ਜਾਂਦਾ ਆ। ਉਹ ਆਪਣੇ ਲਈ ਖਾਣਾ ਬਣਾਉਂਦੇ ਆ, ਪਸ਼ੂ ਨੂੰ ਜਿਹੜੇ ਹੈਗੇ ਆ ਰੱਖੇ ਹੋਏ ਉਹਨਾਂ ਨੂੰ ਪੱਠਾ ਦੱਥਾ ਪਾਉਂਦੇ ਆ। ਘਬਰਾਏ ਲੋਕਾਂ ਨੇ ਕੰਧਾਂ ਨੂੰ ਧੱਸਣ ਤੋਂ ਰੋਕਣ ਲਈ ਸਪੋਰਟਾਂ ਲਗਾ ਦਿੱਤੀਆਂ ਨੇ ਤੇ ਇਸ ਸਮੇਂ ਪਰਿਵਾਰ ਜਿਹੜੇ ਆ ਉਹ ਬੜੇ ਵੱਡੇ ਸੰਕਟ ਦੇ ਵਿੱਚੋਂ ਜੋਸ਼ੀ ਮੱਠ ਇਲਾਕੇ ਦੇ ਲੰਘ ਰਹੇ ਆ। ਹੁਣ ਇੱਥੇ ਗੱਲ ਕਰਦੇ ਆ ਕਿ ਇਹ ਇਹੋ ਜਿਹਾ ਜਿਹੜਾ ਕੁਦਰਤੀ ਆਫਤ ਆ ਇਹ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀਗੀ, ਪਰ ਇੱਕ ਚੀਜ਼ ਨਾਲ ਜੁੜਦੀ ਆ ਕਿ ਇਹ ਸਾਰੇ ਕਾਰੇ ਦੇ ਪਿੱਛੇ ਬੰਦਾ ਹੀ ਦੋਸ਼ੀ ਹੁੰਦਾ ਹੈ, ਕਿਉਂਕਿ ਕੀ ਕੀਤਾ ਲੋਕਾਂ ਨੇ ਜਿਹਦਾ ਖਮਿਆਜ਼ਾ ਲੋਕਾਂ ਨੂੰ ਹੀ ਭੁਗਤਣਾ ਪੈਂਦਾ ਆ। ਔਰ ਇਹਦੇ ਵਿੱਚ ਸਰਕਾਰਾਂ ਵੀ ਸ਼ਾਮਲ ਆ ਜਿਹੜੀਆਂ ਜਾਣਦੀਆਂ ਹੋਈਆਂ ਵੀ ਇਸ ਚੀਜ਼ ਦੇ ਬਾਰੇ ਇੰਨੇ ਵਰਿਆਂ ਤੋਂ ਜਦੋਂ ਦਾ ਇਸ ਗੱਲ ਦਾ ਰੌਲਾ ਪੈਂਦਾ ਪਿਆ ਸੀਗਾ ਉਹ ਚੁੱਪ ਰਹੀਆਂ। ਇਸ ਦੇ ਉੱਤੇ ਸਾਰੀ ਗੱਲ ਕਰਦੇ ਆ। ਇਸ ਸੰਕਟ ਦਾ ਇੱਕਦਮ ਹੈਰਾਨੀ ਵਾਲੀ ਗੱਲ ਜੋ ਆ ਉਹ ਨਹੀਂ ਹੋਣੀ ਚਾਹੀਦੀ। ਜੋਸ਼ੀ ਮੱਠ ਵਾਲਾ ਜਿਹੜਾ ਮਾਮਲਾ ਆ ਬਹੁਤ ਨਾਜ਼ੁਕ ਮਾਮਲਾ ਆ। ਇੱਕ ਪਹਾੜੀ ਦੀ ਵਿਚਕਾਰਲੀ ਢਲਾਨ ਦੇ ਉੱਤੇ ਸਥਿਤ ਇੱਕ ਕਸਬਾ 1 ਸਦੀ ਤੋਂ ਵੀ ਵੱਧ ਸਮਾਂ ਪਹਿਲਾਂ ਭੁਚਾਲ ਕਾਰਨ ਜ਼ਮੀਨ ਖਿਸਕਣ ਕਰਕੇ ਮਲਬੇ 'ਤੇ ਵਸਿਆ ਸੀ। ਅਸਲ ਵਿੱਚ ਇਹ ਭੁਚਾਲ ਵਾਲੇ ਇਲਾਕੇ ਵਿੱਚ ਹੀ ਹੈ। ਜ਼ਮੀਨ ਕਈ ਕਾਰਨਾਂ ਕਰਕੇ ਗਰਕਣੀ ਸ਼ੁਰੂ ਹੋ ਸਕਦੀ ਹੈ। ਇਹਨਾਂ ਵਿੱਚ ਧਰਤੀ ਦੀ ਪਰਤ ਦਾ ਪਤਲਾ ਹੋਣਾ ਜਾਂ ਭੁਚਾਲ ਵੀ ਕਾਰਨ ਹੋ ਸਕਦੇ ਆ। ਇਹ ਉਚਾਈ ਵਿੱਚ ਤਬਦੀਲੀ ਦਾ ਕਾਰਨ ਬਣ ਸਕਦੇ ਆ। ਇੱਕ ਸਿੰਕ ਹੋਲ ਧਰਤੀ ਦੀ ਪਰਤ ਦੇ ਢਹਿ ਜਾਣ ਕਾਰਨ ਜ਼ਮੀਨ ਵਿੱਚ ਜਿਹੜਾ ਆ ਉਹ ਛੇਕ ਹੋ ਸਕਦਾ ਹੈ। ਧਰਤੀ ਹੇਠਲੇ ਪਾਣੀ ਦੀ ਜ਼ਿਆਦਾ ਨਿਕਾਸੀ ਅਤੇ ਜਲ ਨਿਕਾਸੀ ਵਰਗੀਆਂ ਮਨੁੱਖੀ ਗਤੀਵਿਧੀਆਂ ਦੇ ਕਾਰਨ ਜ਼ਮੀਨ ਧੱਸ ਸਕਦੀ ਹੈ, ਜਿਹੜੀ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ। ਇਸ ਬਾਰੇ ਜਿਹੜੇ ਭੂ ਵਿਗਿਆਨੀ ਆ ਜਿਹੜੀ ਕਿ ਜ਼ਮੀਨ ਦੇ
ਬਾਰੇ ਜਿਹੜੇ ਵਿਗਿਆਨੀ ਕੰਮ ਕਰਦੇ ਆ ਉਹ ਮੰਨਦੇ ਆ ਕਿ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਦੁਨੀਆ ਦੇ ਕਿਸੇ ਵੀ ਸ਼ਹਿਰ ਨਾਲੋਂ ਤੇਜ਼ੀ ਨਾਲ ਗਰਕ ਰਹੀ ਹੈ। ਅਮਰੀਕੀ ਭੂ ਵਿਗਿਆਨੀਆਂ ਦੇ ਸਰਵੇਖਣ ਅਨੁਸਾਰ ਇਹ ਦੁਨੀਆ ਭਰ ਵਿੱਚ 80% ਤੋਂ ਵੱਧ ਜ਼ਮੀਨ ਹੇਠਲੇ ਪਾਣੀ ਦੇ ਬਹੁਤ ਜ਼ਿਆਦਾ ਨਿਕਾਸੀ ਕਾਰਨ ਹੁੰਦਾ ਆ। ਹੁਣ ਜਿਹੜਾ ਇਹ ਜੋਸ਼ੀਮੱਠ ਵਾਲਾ ਸੰਕਟ ਸਾਹਮਣੇ ਆਇਆ ਆ, ਇਹ ਆਮ ਤੌਰ ਦੇ ਉੱਤੇ ਜੇ ਗੱਲ ਮੈਂ ਪਹਿਲਾਂ ਕੀਤੀ ਸੀ ਕਿ ਮਨੁੱਖੀ ਸਰਗਰਮੀਆਂ ਜ਼ਿੰਮੇਵਾਰ ਆ ਇਹਦੇ ਲਈ। ਦਹਾਕਿਆਂ ਤੋਂ ਬਹੁਤ ਸਾਰਾ ਪਾਣੀ ਜ਼ਮੀਨ ਦੇ ਹੇਠਾਂ ਤੋਂ ਖੇਤੀ ਲਈ ਬਾਹਰ ਕੱਢਿਆ ਗਿਆ। ਹੁਣ ਇਸ ਨਾਲ ਜਿਹੜੇ ਰੇਤ ਤੇ ਪੱਥਰ ਸੀ ਉਹ ਕਮਜ਼ੋਰ ਹੋ ਗਏ। ਮਿੱਟੀ ਡੁੱਲਣ ਨਾਲ ਕਸਬਾ ਹੌਲੀ-ਹੌਲੀ ਡੁੱਬਦਾ ਰਿਹਾ। ਇੱਕ ਭੂ ਵਿਗਿਆਨੀ ਦਾ ਕਹਿਣਾ ਆ ਕਿ ਸਥਿਤੀ ਜਿਹੜੀ ਆ ਉਹ ਬਹੁਤ ਚਿੰਤਾਜਨਕ ਆ। ਕਿਉਂ ਚਿੰਤਾਜਨਕ ਹੈ? ਇਹ ਕੋਈ ਅੱਜ ਨਵੀਂ ਗੱਲ ਨਹੀਂ ਕਿ ਜੋਸ਼ੀਮੱਠ ਇੱਕੋਦਮ ਹੀ ਐਂ ਗਰਕ ਗਿਆ ਜਾਂ ਉਹ ਤਰੇੜਾਂ ਉਹ 'ਚ ਪੈ ਗਈਆਂ। ਸਾਲ 1976 ਦੀ ਇੱਥੇ ਮੈਂ ਗੱਲ ਜ਼ਰੂਰ ਕਰਨੀ ਚਾਹੂੰਗਾ। 1976 ਦੇ ਸ਼ੁਰੂ ਵਿੱਚ ਇੱਕ ਸਰਕਾਰੀ ਅਧਿਐਨ ਵਿੱਚ ਕਿਹਾ ਗਿਆ ਸੀ ਕਿ ਜੋਸ਼ੀਮੱਠ ਗਰਕ ਰਿਹਾ ਆ। ਇਸ ਖੇਤਰ ਵਿੱਚ ਵੱਡੇ ਨਿਰਮਾਣ ਕਾਰਜਾਂ 'ਤੇ ਪਾਬੰਦੀ ਲਗਾਉਣ ਦੀ ਸਿਫਾਰਿਸ਼ ਜਿਹੜੀ ਸੀ ਉਹ ਕੀਤੀ ਗਈ ਸੀ। ਇਸ ਵਿੱਚ ਪਾਣੀ ਦੇ ਢੁਕਵੇਂ ਨਿਕਾਸੀ ਪ੍ਰਬੰਧਾਂ ਦੀ ਘਾਟ ਜ਼ਮੀਨ ਖਿਸਕਣ ਦਾ ਕਾਰਨ ਦੱਸੀ ਗਈ ਸੀ ਤੇ ਕਿਹਾ ਗਿਆ ਸੀ ਕਿ ਜੋਸ਼ੀਮੱਠ ਸ਼ਹਿਰ ਵਸਾਉਣ ਲਈ ਢੁਕਵਾਂ ਨਹੀਂ ਹੈ। ਹੁਣ ਤਾਂ ਦੂਸਰੀ ਗੱਲ ਕਰਦੇ ਹਾਂ ਕਿ ਇੱਥੇ ਕੀ ਹੋਇਆ ਹੈ ਕਿ ਮਨੁੱਖੀ ਗਤੀਵਿਧੀਆਂ ਅਤੇ ਪਣ ਬਿਜਲੀ ਪ੍ਰੋਜੈਕਟ ਦਹਾਕਿਆਂ ਤੋਂ ਇਹ ਸਥਾਨ ਲੱਖਾਂ ਸ਼ਰਧਾਲੂਆਂ ਅਤੇ ਸੈਲਾਨੀਆਂ ਲਈ ਭਾਰੀ ਗਿਣਤੀ ਵਾਲੀ ਥਾਂ ਬਣਿਆ ਹੋਇਆ। ਸ਼ਰਧਾਲੂ ਲਗਭਗ 45 ਕਿਲੋਮੀਟਰ ਦੂਰ ਹਿੰਦੂ ਧਾਮ ਲਈ ਬਦਰੀਨਾਥ ਜਾਂਦੇ ਨੇ। ਸੈਲਾਨੀ ਇਸ ਖੇਤਰ ਵਿੱਚ ਟਰੈਕਿੰਗ ਵੀ ਕਰਦੇ ਆ। ਇਲਾਕੇ ਵਿੱਚ ਹੋਟਲ ਵੀ ਆ, ਰਿਹਾਇਸ਼ੀ ਘਰ ਆ, ਖਾਣ ਪੀਣ ਦੀਆਂ ਦੁਕਾਨਾਂ ਵੱਧ ਗਈਆਂ ਨੇ। ਸ਼ਹਿਰ ਦੇ ਆਲੇ ਦੁਆਲੇ ਕਈ ਪਣ ਬਿਜਲੀ ਪ੍ਰੋਜੈਕਟ ਵੀ ਬਣਾਏ ਜਾ ਰਹੇ ਨੇ। ਹੁਣ ਇੱਥੇ ਉਹ ਗੱਲ ਸਾਰੀ ਨਿਖਰ ਕੇ ਸਾਹਮਣੇ ਆਉਂਦੀ ਪਈ ਆ। ਆਉਣ ਜਾਣ ਨੂੰ ਸੌਖਾ ਬਣਾਉਣ ਲਈ ਬੁਨਿਆਦੀ ਢਾਂਚਾ ਵਿਕਸਿਤ ਕਰਨ ਲਈ ਸੜਕਾਂ ਬਣਾਈਆਂ ਗਈਆਂ ਨੇ। ਇਸ ਦੇ ਨਾਲ ਹੀ ਸੁਰੰਗਾਂ ਲਈ ਬੋਰ ਕੀਤੇ ਗਏ ਨੇ। ਤਪੋਵਨ ਵਿਸ਼ਨੂਗੜ੍ਹ ਪਣ ਬਿਜਲੀ ਪ੍ਰੋਜੈਕਟ ਇੱਕ ਚਿੰਤਾ ਦਾ ਵਿਸ਼ਾ ਆ। ਭੂ ਵਿਗਿਆਨੀ MPS ਬਿਸਟ ਅਤੇ ਪੀਯੂਸ਼ ਰੁਤੇਲਾ ਨੇ ਜੋਸ਼ੀਮੱਠ ਦੇ ਉੱਪਰ ਇੱਕ 2010 ਦਾ ਪੇਪਰ ਜਿਹੜਾ ਸੀਗਾ ਉਹ ਪ੍ਰਕਾਸ਼ਿਤ ਹੋਇਆ ਸੀਗਾ, ਜਿਸ ਵਿੱਚ ਕਿਹਾ ਗਿਆ ਸੀ ਕਿ ਇਹ ਸੁਰੰਗ ਜੋਸ਼ੀਮੱਠ ਦੇ ਹੇਠਾਂ ਭੂ ਵਿਗਿਆਨੀਆਂ ਨੂੰ ਪਤਾ ਲੱਗਿਆ ਹੈ ਕਿ ਦਸੰਬਰ 2009 ਦੇ ਵਿੱਚ ਪ੍ਰੋਜੈਕਟ ਲਈ ਬੋਰਿੰਗ ਉਪਕਰਨਾਂ ਨੇ ਜੋਸ਼ੀਮੱਠ ਵਿੱਚ ਇੱਕ ਐਕਵਾਇਰ ਨੂੰ ਪੰਕਚਰ ਕਰ ਦਿੱਤਾ ਆ, ਜਿਸ ਨਾਲ ਰੋਜ਼ਾਨਾ ਲਗਭਗ 70 ਮਿਲੀਅਨ ਲੀਟਰ ਭੂਮੀਗਤ ਪਾਣੀ ਦਾ ਨਿਕਾਸ ਹੁੰਦਾ ਆ। ਇਹ 30 ਲੱਖ ਲੋਕਾਂ ਨੂੰ ਕਾਫੀ ਸੀ। ਭੂ ਵਿਗਿਆਨੀ ਕਹਿੰਦੇ ਨੇ ਕਿ ਘਾਟੀਆਂ, ਪਹਾੜੀਆਂ ਤੇ ਨਦੀਆਂ ਵਾਲਾ ਇਹ ਖੇਤਰ ਨਾਜ਼ੁਕ ਲੈਂਡਸਕੇਪ ਹੈ। ਸੂਬੇ ਵਿੱਚ ਕੁਦਰਤੀ ਆਫਤਾਂ ਦਾ ਲੰਮਾ ਇਤਿਹਾਸ ਰਿਹਾ ਹੈ। ਸਾਲ 1880 ਅਤੇ 1999 ਦੇ ਵਿੱਚ ਸਿਰਫ 5 ਘਟਨਾਵਾਂ ਭੂਚਾਲ ਅਤੇ ਜ਼ਮੀਨ ਖਿਸਕਣ ਦੀਆਂ ਵਿੱਚ 1300 ਤੋਂ ਵੱਧ ਲੋਕਾਂ ਦੀ ਜਾਨ ਗਈ ਸੀ। ਅਧਿਕਾਰਤ ਅੰਕੜਿਆਂ ਮੁਤਾਬਕ ਸਾਲ 2000 ਅਤੇ 2009 ਦੇ ਵਿਚਕਾਰ ਜ਼ਮੀਨ ਧੱਸਣ, ਬੱਦਲ ਫਟਣ ਅਤੇ ਅਚਾਨਕ ਹੜ੍ਹਾਂ ਕਾਰਨ ਘੱਟੋ ਘੱਟ 433 ਲੋਕਾਂ ਦੀ ਜਾਨ ਗਈ। ਸਾਲ 2010 ਵਿੱਚ ਅਤੇ 2020 ਦੇ ਵਿਚਕਾਰ ਮੌਸਮੀ ਘਟਨਾਵਾਂ ਵਿੱਚ 1312 ਲੋਕ ਜਿਹੜੇ ਮਾਰੇ ਗਏ ਸਨ। ਇਸ ਦੌਰਾਨ ਤਕਰੀਬਨ 400 ਪਿੰਡਾਂ ਨੂੰ ਰਹਿਣ ਲਈ ਅਸੁਰੱਖਿਅਤ ਦੱਸਿਆ ਗਿਆ ਸੀ। ਆਫਤ ਪ੍ਰਬੰਧਨ ਅਧਿਕਾਰੀ ਕਹਿੰਦੇ ਨੇ ਕਿ ਇਕੱਲੇ 2021 ਵਿੱਚ ਉੱਤਰਾਖੰਡ ਵਿੱਚ ਜ਼ਮੀਨ ਖਿਸਕਣ, ਹੜ੍ਹਾਂ ਅਤੇ ਬਰਫ਼ਬਾਰੀ ਨੇ 300 ਵੱਧ ਲੋਕਾਂ ਦੀ ਜਾਨ ਲੈ ਲਈ। ਇਹ ਤੇ ਗੱਲ ਕਰਾਂਗੇ ਕਿ ਜੋਸ਼ੀਮੱਠ ਨੂੰ ਬਚਾਇਆ ਜਾ ਸਕਦਾ ਸੀਗਾ ਜਦੋਂ ਬਹੁਤ ਸਾਰੇ ਹੋਟਲ ਬਣਨੇ ਸ਼ੁਰੂ ਹੋ ਜਾਣ, ਦੁਕਾਨਾਂ ਉਸਰੀਆਂ ਹੋਣੀਆਂ ਸ਼ੁਰੂ ਹੋ ਜਾਣ, ਔਰ ਖਾਸ ਤੌਰ 'ਤੇ ਜਿਹੜਾ ਖਨਨ ਹੈ ਜ਼ਮੀਨ ਦਾ ਉਹ ਹੋਣਾ ਸ਼ੁਰੂ ਹੋ ਜਾਣ, ਸੁਰੰਗਾਂ ਬਣਾਉਣੀਆਂ ਸ਼ੁਰੂ ਹੋ ਜਾਣ ਅਤੇ ਵੱਡੇ ਜਿਹੜੇ ਪ੍ਰੋਜੈਕਟ ਪਣ ਬਿਜਲੀ ਦੇ ਉਹ ਲੱਗਣੇ ਸ਼ੁਰੂ ਹੋ ਜਾਣ। ਅਤੇ ਪਹਾੜ ਤਾਂ ਕੁਦਰਤ ਦੀ ਹੀ ਇੱਕ ਚੀਜ਼ ਹੈ ਨਾ, ਦੇਣ ਤਾਂ ਕੁਦਰਤ ਦੀ ਹੈ ਨਾ। ਹੋਰ ਗੱਲ ਇਹ ਆ ਕਿ ਉਹ ਤਾਂ ਪਹਿਲਾਂ ਹੀ ਜ਼ਮੀਨਾਂ ਖਿਸਕੀ ਸੀਗੀਆਂ ਉੱਥੋਂ ਦੀਆਂ, ਔਰ ਉਹ ਖੰਡਰ ਜਿਹੜੇ ਸੀਗੇ ਉਹ ਥੱਲੇ ਮਲਬਾ ਜਿਹੜਾ ਸੀ ਉਹਦੇ ਉੱਤੇ ਹੀ ਇਹ ਸ਼ਹਿਰ ਵਸਾਇਆ ਗਿਆ ਸੀਗਾ, ਜਦੋਂ ਕਿ ਭੂ ਵਿਗਿਆਨੀਆਂ ਨੇ ਇਸ ਦੇ ਬਾਰੇ ਮਨ੍ਹਾ ਵੀ ਕੀਤਾ ਸੀਗਾ। ਪਰ ਹੈਰਾਨੀ ਦੀ ਗੱਲ ਹੈ ਕਿ ਇਸ ਤੋਂ ਪਹਿਲਾਂ ਘਟਨਾ ਵੀ ਇੱਕ ਉੱਤਰਾਖੰਡ ਦੇ ਵਿੱਚ ਵਰਨਾਵਤ ਪਹਾੜ ਦੀ ਵੀ ਆਉਂਦੀ ਆ। ਕੁਝ ਸਾਲ ਪਹਿਲਾਂ ਵੀ ਇੱਦਾਂ ਹੀ ਹੋਇਆ ਕਿ ਵਰਨਾਵਤ ਜਿਹੜਾ ਪਹਾੜ ਸੀਗਾ ਉਸ ਨੂੰ ਕੱਟ ਕੱਟ ਕੇ ਉੱਥੇ ਹੋਟਲ ਬਣਾਤੇ, ਦੁਕਾਨਾਂ ਬਣਾਤੀਆਂ, ਢਾਬੇ ਬਣਾਤੇ, ਸੜਕਾਂ ਬਣਾਤੀਆਂ, ਪਿਕਨਿਕ ਸਪੌਟ ਬਣਾਤੇ। ਫਿਰ ਕੀ ਹੋਇਆ ਕਿ ਇੱਕ ਦਿਨ ਉਸ ਪਹਾੜ ਨੇ ਤਾਂ ਬਈ ਜਿਹਦੀ ਜਗ੍ਹਾ ਤੁਸੀਂ ਖੋਵੋਗੇ ਉਹ ਪਹਾੜ ਤੁਹਾਨੂੰ ਰੰਗ ਵਿਖਾਊਗਾ, ਉਹ ਪਹਾੜ ਵੀ ਤਿੜਕਿਆ। ਉੱਥੋਂ ਦੇ ਹੋਟਲ, ਘਰ ਘੁਰ ਜੋ ਕੁਛ ਉੱਥੇ ਬਣਾਇਆ ਸੀਗਾ ਉਹ ਵੀ ਤਬਾਹ ਹੋਏ। ਇਹ ਵਰਨਾਵਤ ਪਹਾੜ ਨੇ ਤੁਹਾਨੂੰ ਦਿਖਾਤਾ।
ਮੈਂ ਇੱਥੇ ਗੱਲ ਕਹਿਣੀ ਚਾਹੂੰਗਾ ਕਿ ਜਿਹੜੇ ਲੋਕ ਕੁਦਰਤ ਨਾਲ ਖਿਲਵਾੜ ਕਰਦੇ ਆ ਉਹਨਾਂ ਨੂੰ ਸਮਝਣਾ ਚਾਹੀਦਾ ਹੈ। ਦੂਸਰਾ ਮਾਮਲਾ ਸੀਗਾ ਕਿ ਮਿੱਠੀ ਨਦੀ ਮਹਾਰਾਸ਼ਟਰ ਬੰਬਈ ਦੇ ਵਿੱਚ ਦੀ ਵਗਦੀ ਆ ਤੇ ਬੰਬਈ ਦੇ ਵਿੱਚ ਉਸ ਜਗ੍ਹਾ ਦੇ ਉੱਤੇ ਪਲਾਜ਼ੇ, ਹੋਟਲ, ਮੋਟਲ, ਘਰ ਕਈ ਕੁਛ ਬਣ ਗਏ। ਪਰ ਤੁਹਾਨੂੰ ਯਾਦ ਹੋਣਾ ਆ ਕਿ 2005 ਦੇ ਵਿੱਚ ਬੰਬਈ ਹੜ੍ਹਾਂ ਦੇ ਵਿੱਚ ਡੁੱਬੀ ਸੀ। ਉਹਦਾ ਕਾਰਨ ਇਹ ਸੀ ਕਿ ਉਹੀ ਪੁਰਾਣੀ ਮਿੱਠੀ ਨਦੀ ਜਿਹੜੀ ਬਾਰਿਸ਼ ਦੇ ਪਾਣੀ ਨੂੰ ਕੱਢ ਕੇ ਸ਼ਹਿਰ ਦੇ ਵਿੱਚੋਂ ਤੇ ਫਿਰ ਸਮੁੰਦਰ ਵਿੱਚ ਜਾ ਕੇ ਉਹ ਸਿੱਟ ਦਿੰਦੀ ਸੀ। ਹੁਣ ਉਸ ਨਦੀ ਵਿੱਚ ਬਾਰਿਸ਼ਾਂ ਦਾ ਪਾਣੀ ਤਾਂ ਆਇਆ, ਪਰ ਨਿਕਾਸੀ ਕਿਹੜੇ ਪਾਸੇ ਦੀ ਹੋਣੀ ਸੀ? ਸਮੁੰਦਰ ਵਿੱਚ ਜਾਣ ਦਾ ਰਾਹ ਬੰਦ ਕਰਤਾ ਲੋਕਾਂ ਨੇ। ਵੇਖਿਆ ਹੀ ਨਹੀਂ, ਕੁਦਰਤ ਨਾਲ ਖਿਲਵਾੜ ਕਰਨ ਦਾ ਨਤੀਜਾ ਲੋਕਾਂ ਨੂੰ ਉੱਥੇ ਆਪਦੇ ਘਰ ਜਿਹੜੇ ਢਾਏ, ਹੋਟਲ ਉੱਥੇ ਵੀ ਢੱਠੇ, ਕਈਆਂ ਲੋਕਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ। ਇਹ ਕਾਂਡ ਹੋਇਆ ਸੀ। ਇਸ ਕਰਕੇ ਅਸੀਂ ਲੋਕ ਜਿਹੜੇ ਆ ਉਹ ਇੰਨੇ ਕੁ ਜ਼ਿਆਦਾ ਸੈਲਫਿਸ਼ ਹੋ ਚੁੱਕੇ ਹਾਂ ਕਿ ਅਸੀਂ ਧੱਕਾ ਕਰਨ ਨੂੰ ਕੁਦਰਤ ਨਾਲ ਹਟਦੇ ਨਹੀਂ, ਪਰ ਕੁਦਰਤ ਜਦੋਂ ਬਦਲਾ ਲੈਂਦੀ ਹੈ ਤਾਂ ਉਹ ਆਪਣਾ ਬਦਲਾ ਇਸ ਤਰੀਕੇ ਲੈਂਦੀ ਹੈ। ਅੱਜ ਜੋਸ਼ੀਮਠ ਦੀ ਗੱਲ ਕਰੀਏ ਤਾਂ ਜੋਸ਼ੀਮਠ ਦੇ ਵਿੱਚ ਬਹੁਤ ਲੋਕ ਫਸੇ ਹੋਏ ਆ। ਧਰਤੀ ਉਹਨਾਂ ਦੇ ਘਰਾਂ ਨੂੰ ਖਾਣ ਲਈ ਕਿੰਨਾ ਸਮਾਂ ਲਊਗੀ? ਆਖਰਕਾਰ ਇਹ ਇੱਕ ਹੌਲੀ ਪ੍ਰਕਿਰਿਆ ਹੋ ਸਕਦੀ ਹੈ। ਕੋਈ ਨਹੀਂ ਜਾਣਦਾ ਕਿ ਦਹਾਕਿਆਂ ਤੋਂ ਮਿੱਟੀ ਕਿੰਨੇ ਇੰਚ ਜਾਂ ਫੁੱਟ ਜਿਹੜੀ ਹੈ ਉਹ ਧੱਸ ਰਹੀ ਹੈ। ਸਮੇਂ ਦੇ ਨਾਲ ਨਾਲ ਇਹ ਕਸਬਾ ਕਿੰਨਾ ਡੁੱਬ ਸਕਦਾ ਹੈ, ਇਸ ਬਾਰੇ ਕੋਈ ਅਧਿਐਨ ਨਹੀਂ ਹੈ। ਵੱਡੀ ਗੱਲ ਇਹ ਹੈ ਕਿ ਜੋਸ਼ੀਮਠ ਨੂੰ ਬਚਾਇਆ ਜਾ ਸਕਦਾ ਹੈ। ਇੱਕ ਸਥਾਨਕ ਕਾਰਕੁਨ ਨੇ ਇੱਕ ਉੱਚ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਜੇਕਰ ਧਰਤੀ ਦਾ ਗਰਕਣਾ ਜਾਰੀ ਰਿਹਾ ਤਾਂ ਸ਼ਹਿਰ ਦੇ 40% ਲੋਕਾਂ ਨੂੰ ਬਾਹਰ ਕੱਢਣ ਦੀ ਲੋੜ ਹੋਊਗੀ। ਉੱਤਰਾਖੰਡ ਦੇ ਜੋਸ਼ੀਮਠ ਵਿੱਚ ਰਹਿਣ ਵਾਲੇ ਅੱਜ ਲੋਕ ਜਿਹੜੇ ਆ ਉਹ ਸਹਿਮ ਅਤੇ ਦਹਿਸ਼ਤ ਵਿੱਚ ਜੀ ਰਹੇ ਆ। ਇਸ ਪੂਰੇ ਖੇਤਰ ਨੂੰ ਸਿੰਕਿੰਗ ਜ਼ੋਨ ਜਿਹੜਾ ਆ ਐਲਾਨ ਕਰ ਦਿੱਤਾ ਗਿਆ ਆ। ਉਹਨਾਂ ਦੇ ਘਰ, ਦੁਕਾਨ ਅਤੇ ਸੜਕਾਂ ਵਿੱਚ ਖਤਰਨਾਕ ਤਰੇੜਾਂ ਪੈ ਗਈਆਂ ਆ। ਕਈ ਥਾਈਂ ਜ਼ਮੀਨ ਗਰਕ ਹੋ ਰਹੀ ਹੈ ਅਤੇ ਮਟਮੈਲਾ ਪਾਣੀ ਤੇਜ਼ੀ ਨਾਲ ਰਿਸ ਰਿਹਾ ਆ। ਘਬਰਾਏ ਲੋਕ ਮਸ਼ਾਲਾਂ ਲੈ ਕੇ ਰੋਸ ਮੁਜ਼ਾਹਰਾ ਕਰ ਰਹੇ ਨੇ। PM ਮੋਦੀ ਨੇ ਇਸ ਮੁੱਦੇ ਉੱਤੇ ਪਿਛਲੇ ਦਿਨੀ ਇੱਕ ਮਾਹਰਾਂ ਨਾਲ ਬੈਠਕ ਕੀਤੀ ਹੈ, ਜਿਸ ਤੋਂ ਬਾਅਦ ਕੇਂਦਰੀ ਏਜੰਸੀਆਂ ਸਰਗਰਮ ਹੁੰਦੀਆਂ ਨਜ਼ਰ ਆ ਰਹੀਆਂ ਨੇ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪੀੜਤਾਂ ਨੂੰ ਮਦਦ ਦੇਣ ਦਾ ਭਰੋਸਾ ਦਿੱਤਾ ਆ ਔਰ ਇੱਕ ਪਟੀਸ਼ਨ ਪਾਈ ਗਈ ਸੀ। ਇਸ ਮੁੱਦੇ ਤੋਂ ਬਾਅਦ ਇੱਕ ਪਟੀਸ਼ਨ ਪਾਈ ਗਈ ਸੀ। ਸਵਾਮੀ ਅਵੀ ਮੁਕਤਸਰਾਨੰਦ ਸਰਸਵਤੀ ਉਹਨਾਂ ਦਾ ਨਾਂ ਆ। ਸੁਪਰੀਮ ਕੋਰਟ ਵਿੱਚ ਅਪੀਲ ਕਰਦਿਆਂ ਉਹਨਾਂ ਨੇ ਕਿਹਾ ਸੀ ਕਿ ਤੁਰੰਤ ਸੁਣਵਾਈ ਦੀ ਲੋੜ ਹੈ। ਇਸ ਸੰਕਟ ਨੂੰ ਰਾਸ਼ਟਰੀ ਆਫਤ ਐਲਾਨ ਕੀਤਾ ਜਾਵੇ। ਤਾਂ ਹਾਲਾਂਕਿ ਸੁਪਰੀਮ ਕੋਰਟ ਨੇ ਇਸ ਦੇ ਉੱਤੇ ਸੁਣਵਾਈ ਕਰਨ ਤੋਂ ਇਨਕਾਰ ਕੀਤਾ ਆ। ਪਟੀਸ਼ਨ ਕਰਤਾ ਦਾ ਕਹਿਣਾ ਸੀ ਕਿ ਜੋਸ਼ੀਮਠ ਵਿੱਚ ਅੱਜ ਜੋ ਹੋ ਰਿਹਾ ਆ ਉਹ ਖਨਨ, ਵੱਡੇ ਵੱਡੇ ਪ੍ਰੋਜੈਕਟਾਂ ਦਾ ਨਿਰਮਾਣ ਅਤੇ ਉਸ ਲਈ ਕੀਤੇ ਜਾ ਰਹੇ ਬਲਾਸਟਾਂ ਦੇ ਕਰਕੇ ਹੋ ਰਿਹਾ। ਇਹ ਵੱਡੀ ਆਫਤ ਦੇ ਸੰਕੇਤ ਆ। ਜੋਸ਼ੀਮਠ ਵਿੱਚ ਲੰਬੇ ਸਮੇਂ ਤੋਂ ਜ਼ਮੀਨ ਧੱਸ ਰਹੀ ਹੈ। ਲੋਕ ਇਸ ਨੂੰ ਲੈ ਕੇ ਆਵਾਜ਼ ਚੁੱਕਦੇ ਰਹੇ ਆ, ਪਰ ਸਰਕਾਰ ਵੱਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਇਸ ਦਾ ਖਮਿਆਜ਼ਾ ਅੱਜ ਇੱਕ ਇਤਿਹਾਸਕ ਪੁਰਾਣਕ ਨਗਰ ਅਤੇ ਇੱਥੇ ਰਹਿਣ ਵਾਲੇ ਲੋਕ ਝੱਲ ਰਹੇ ਆ। ਇਹੀ ਖਮਿਆਜ਼ਾ ਆ। ਜਦੋਂ ਕੁਦਰਤ ਨਾਲ ਖਿਲਵਾੜ ਹੋਇਆ ਤੇ ਖਿਲਵਾੜ ਦੇ ਵਿੱਚ ਉਹਦਾ ਖਮਿਆਜ਼ਾ ਫਿਰ ਲੋਕਾਂ ਨੂੰ ਆਪਣੀਆਂ ਕੀਮਤੀ ਜਾਨਾਂ, ਆਪਣੀ ਜਾਇਦਾਦ, ਆਪਣੇ ਜਾਨ ਤੋਂ ਪਿਆਰੇ ਜਿਹੜੇ ਉਹ ਸਥਾਨ ਸੀਗੇ, ਚਾਹੇ ਉਹ ਘਰ ਹੈ, ਚਾਹੇ ਉਹ ਮੰਦਿਰ ਹੈ, ਉਹ ਗਵਾਉਣੇ ਪੈਂਦੇ ਆ। ਪਰ ਕਾਰਪੋਰੇਟ ਘਰਾਣਿਆਂ ਨੂੰ ਸਰਕਾਰਾਂ ਜਦੋਂ ਇਸ ਤਰੀਕੇ ਨਾਲ ਖੁੱਲ੍ਹ ਦੇ ਦਿੰਦੀਆਂ ਆ ਤੇ ਉਹ ਕੁਦਰਤ ਨਾਲ ਖੁੱਲ੍ਹ ਕੇ ਖਿਲਵਾੜ ਕਰਦੇ ਆ ਤੇ ਫਿਰ ਖਿਲਵਾੜ ਕੁਦਰਤ ਜਦੋਂ ਬਦਲਾ ਲੈਂਦੀ ਹੈ ਤਾਂ ਫਿਰ ਆਹੀ ਹਾਲ ਹੁੰਦਾ ਆ। ਚਾਹੇ ਵਰਨਾਵਤ ਪਹਾੜ ਸੀ, ਚਾਹੇ ਮੁੰਬਈ ਦੀ ਮਿੱਠੀ ਨਦੀ ਸੀ, ਤੇ ਚਾਹੇ ਹੁਣ ਜੋ ਜੋਸ਼ੀਮਠ ਵਿੱਚ ਹੋਇਆ ਆ। ਕੀ ਅਸੀਂ ਸੁਚੇਤ ਹੋਵਾਂਗੇ? ਇਹ ਸਾਨੂੰ ਸੋਚਣਾ ਪਊਗਾ। ਹੁਣ ਆਉਂਦੇ ਜੀ ਅਗਲੀ ਖਬਰ ਵਾਲੇ ਪਾਸੇ। ਪੰਜਾਬ ਦਾ ਖੇਤੀਬਾੜੀ ਸੰਕਟ ਅਤੇ ਸਹਿਕਾਰਤਾ। ਖੇਤੀਬਾੜੀ ਸੰਕਟ ਦਾ ਪੰਜਾਬ ਦਾ ਇੰਨਾ ਆ ਕਿ ਕਾਫੀ ਸਾਰੀਆਂ ਮੰਗਾਂ ਖੇਤੀਬਾੜੀ ਦੇ ਨਾਲ ਸੰਬੰਧਿਤ ਆ। ਦੋਸਤੋ, ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ। ਹਰ ਵਾਰੀ ਮੁੱਦੇ ਜਿਹੜੇ ਆ ਸਰਕਾਰਾਂ ਤੇ ਕੰਨਾਂ ਤੱਕ ਪਹੁੰਚਾਏ ਜਾਂਦੇ ਆ। ਤਾਂ 3 ਦਹਾਕਿਆਂ ਤੋਂ ਬਹੁਤ ਸਾਰੇ ਅੰਦਰੂਨੀ ਅਤੇ ਬਾਹਰੀ ਕਾਰਨਾਂ ਕਰਕੇ ਪੰਜਾਬ ਦਾ ਖੇਤੀਬਾੜੀ ਖੇਤਰ ਗੰਭੀਰ ਆਰਥਿਕ ਸੰਕਟ ਦੇ ਵਿੱਚ ਫਸਿਆ ਹੋਇਆ ਆ। ਪੰਜਾਬ ਦੇ ਬੁੱਧੀਜੀਵੀ ਇਸ ਸੰਕਟ ਦੇ ਹੱਲ ਲਈ ਸੁਝਾਅ ਦਿੰਦੇ ਆ ਰਹੇ ਆ। ਹੁਣ ਜੇ ਇਹਨਾਂ ਸੁਝਾਵਾਂ ਦੇ ਉੱਤੇ ਧਿਆਨ ਕੇਂਦਰਿਤ ਕਰੀਏ ਤਾਂ ਇਹ ਸੁਝਾਅ ਜਿਹੜੇ ਆ 4 ਮੁੱਖ ਗੱਲਾਂ ਦੇ ਦੁਆਲੇ ਘੁੰਮਦੇ ਆ। ਘੱਟੋ ਘੱਟ ਜਿਹੜਾ MSP ਵਾਲਾ ਰੇਟ ਆ ਉਹ ਮੰਗ ਅਸੀਂ ਉਠਾਈ ਜਾਂਦੇ ਆ। ਕਿਸਾਨ ਜਿਹੜੇ ਆ ਵਾਰ-ਵਾਰ ਮੰਗ ਕਰਦੇ ਆ। ਸਸਤੀਆਂ ਵਿਆਜ ਦਰਾਂ ਦੇ ਉੱਤੇ ਸੰਸਥਾਈ ਸ਼ਾਖ ਯਕੀਨੀ ਬਣਾਉਣਾ, ਖੇਤੀ ਖੇਤਰ ਨੂੰ ਮਿਲਦੀਆਂ ਸਬਸਿਡੀਆਂ ਨੂੰ ਲਗਾਤਾਰ ਤੇ ਉਹਨਾਂ ਵਿੱਚ ਵਾਧਾ ਕਰਨਾ, ਯਾਨੀ ਕਿ ਉਹ ਮਿਲਦੀਆਂ ਰਹਿਣ, ਅਤੇ ਸਹਿਕਾਰੀ ਖੇਤੀ ਨੂੰ ਪ੍ਰਫੁੱਲਿਤ ਕਰਨਾ।
ਹੁਣ ਇੱਥੇ ਜਿਹੜੀ ਘੋਖ ਹੋਈ ਹੈ, ਘੋਖ ਇਹ ਦੱਸਦੀ ਹੈ ਕਿ ਪਹਿਲੇ 3 ਸੁਝਾਵਾਂ ਦਾ ਜ਼ਿਆਦਾਤਰ ਲਾਭ ਜਿਹੜਾ ਆ ਧਨਾੜ ਕਿਸਾਨਾਂ ਨੂੰ ਜਾਂਦਾ ਆ। ਤਾਂ ਖੇਤੀ ਸੰਕਟ ਦਾ ਅੰਤਮ ਜਿਹੜਾ ਹੱਲ ਹੈ ਭਾਵ ਸਹਿਕਾਰੀ ਖੇਤੀ ਗੰਭੀਰ ਵਿਚਾਰ ਚਰਚਾ ਦੀ ਮੰਗ ਕਰਦਾ ਆ। ਸਹਿਕਾਰੀ ਖੇਤੀ ਦੀ ਪ੍ਰਚਲਿਤ ਧਾਰਨਾ ਦਾ ਮੁਲਾਂਕਣ ਕਰਦਿਆਂ ਇਸ ਦੀ ਅਗਾਂਹਵਧੂ ਧਾਰਨਾ ਦਾ ਸਿਧਾਂਤਕ ਖਾਕਾ ਪੇਸ਼ ਕਰਨਾ ਆ। ਤੇ ਸਾਡੇ ਲਈ ਜਿਹੜਾ ਮੁੱਖ ਸਵਾਲ ਆ ਦੋਸਤੋ ਉਹ ਇਹ ਹੈ ਕਿ ਸਹਿਕਾਰੀ ਖੇਤੀ ਸਰਮਾਏਦਾਰੀ ਖੇਤੀ ਮਾਡਲ ਨੂੰ ਚੁਣੌਤੀ ਦਿੰਦੇ ਹੋਏ ਖੇਤੀ ਸੰਕਟ ਦਾ ਕੀ ਸਥਾਈ ਹੱਲ ਕਰ ਸਕਦੀ ਹੈ? ਸਵਾਲ ਇਹ ਖੜਾ ਹੁੰਦਾ ਹੈ। ਹੁਣ ਮੰਡੀ ਦੇ ਉੱਤੇ ਆਧਾਰਿਤ ਅਰਥਚਾਰੇ ਦੇ ਵਿੱਚ ਛੋਟੀ ਕਿਸਾਨੀ ਜੋ ਵੱਡੇ ਪੱਧਰ ਤੇ ਜਥੇਬੰਦ ਅਤੇ ਪੂੰਜੀ ਸੰਪੰਨ ਉਤਪਾਦਨ ਸੰਬੰਧਾਂ ਵਾਲੇ ਪ੍ਰਬੰਧ ਵਿੱਚ ਬਣੇ ਰਹਿਣ ਲਈ ਜੱਦੋ-ਜਹਿਦ ਕਰਦੀ ਹੈ। ਪੂੰਜੀ ਸੰਗ੍ਰਹਿ ਦੇ ਤਰਕ ਤੋਂ ਮੁਕਤ ਨਹੀਂ ਹੈ। ਇਸ ਪ੍ਰਸੰਗ ਵਿੱਚ ਜੇ ਛੋਟੀ ਪੱਧਰ ਦੀ ਪਰਿਵਾਰਕ ਖੇਤੀ ਨੇ ਆਪਣੇ ਆਪ ਨੂੰ ਥੋੜੇ ਸਮੇਂ ਲਈ ਬਚਾਉਣਾ ਆ ਤੇ ਉਸ ਲਈ ਸਹਿਕਾਰਤਾ ਲਾਜ਼ਮੀ ਹੈ। ਪਰ ਜਿਹੜੀ ਸਹਿਕਾਰਤਾ ਰਾਹੀਂ ਪੰਜਾਬ ਦੇ ਬੁੱਧੀਜੀਵੀ ਛੋਟੀ ਕਿਸਾਨੀ ਨੂੰ ਬਚਾ ਕੇ ਰੱਖਣ ਦੇ ਦਾਅਵੇ ਕਰਦੇ ਆ, ਉਹ ਖੇਤੀਬਾੜੀ ਸੰਕਟ ਦਾ ਕੋਈ ਕਾਰਗਰ ਹੱਲ ਕੱਢਣ ਦੇ ਸਮਰੱਥ ਨਹੀਂ ਹੈ। ਉਹ ਸਹਿਕਾਰਤਾ ਦੀ ਧਾਰਨਾ ਦੀ ਨਿਸ਼ਾਨਦੇਹੀ ਆਰਥਿਕ ਸਿਧਾਂਤ ਜਿਨ੍ਹਾਂ ਤੇ ਉਹਨਾਂ ਦੀ ਸਹਿਕਾਰੀ ਖੇਤੀ ਦੀ ਧਾਰਨਾ ਟਿਕੀ ਹੋਈ ਹੈ ਉਸ ਆਧਾਰ ਤੇ ਕਰਦੇ ਆ। ਪੰਜਾਬੀ ਬੁੱਧੀਜੀਵੀਆਂ ਦੁਆਰਾ ਸਹਿਕਾਰੀ ਖੇਤੀ ਦੇ ਪੱਖ ਵਿੱਚ ਦਿੱਤੇ ਜਾਣ ਵਾਲਾ ਤਰਕ ਆਰਥਿਕ ਤਰਕਸ਼ੀਲਤਾ, ਆਰਥਿਕ ਕੁਸ਼ਲਤਾ ਅਤੇ ਪੈਮਾਨੇ ਦੀਆਂ ਬਚਤਾਂ ਪੂਰਵ ਸ਼ਰਤਾਂ ਉੱਤੇ ਆਧਾਰਿਤ ਹੈ। ਸਰਮਾਏਦਾਰੀ ਪ੍ਰਬੰਧ ਵਿੱਚ ਇਹਨਾਂ ਪੂਰਵ ਸ਼ਰਤਾਂ ਦੇ ਆਧਾਰ ਤੇ ਜਿਹੜਾ ਇੱਕ ਵਿਅਕਤੀਗਤ ਉਤਪਾਦਨ ਨੂੰ ਲਾਭਕਾਰੀ ਬਣਾਉਣ ਦਾ ਯਤਨ ਕੀਤਾ ਜਾਂਦਾ ਆ ਅਤੇ ਸਮਾਜਵਾਦੀ ਪ੍ਰਬੰਧ ਵਿੱਚ ਇਹਨਾਂ ਪੂਰਵ ਸ਼ਰਤਾਂ ਤੇ ਆਧਾਰ ਤੇ ਸਮੁੱਚੇ ਕਿੱਤੇ ਨੂੰ ਪੂਰੇ ਸਮਾਜ ਲਈ ਲਾਭਕਾਰੀ ਬਣਾਉਣ ਦਾ ਜਿਹੜਾ ਯਤਨ ਕੀਤਾ ਜਾਂਦਾ ਆ। ਪਰ ਸਰਮਾਏਦਾਰੀ ਦੇ ਪ੍ਰਬੰਧ ਅਧੀਨ ਸਹਿਕਾਰਤਾ ਦੀ ਸਾਰਥਕਤਾ ਨੂੰ ਸਾਂਝੀ ਖੇਤੀ ਦੁਆਰਾ ਮਿਲਣ ਵਾਲੇ ਜਿਹੜੇ ਲਾਭ ਆ ਉੱਥੋਂ ਤੱਕ ਸੀਮਿਤ ਕਰਕੇ ਦੇਖਣਾ ਖੇਤੀਬਾੜੀ ਦੇ ਸੰਕਟ ਦਾ ਕੋਈ ਹੱਲ ਨਹੀਂ ਹੈ। ਸਹਿਕਾਰੀ ਖੇਤੀ ਦੀ ਪ੍ਰਚਲਿਤ ਧਾਰਨਾ ਕਿਸੇ ਵੀ ਪੱਖੋਂ ਸਰਮਾਏਦਾਰ ਖੇਤੀ ਪ੍ਰਬੰਧ ਦਾ ਬਦਲ ਨਹੀਂ ਹੈ, ਸਗੋਂ ਸਹਿਕਾਰੀ ਖੇਤੀ ਦੀ ਇਹ ਧਾਰਨਾ ਨਵ ਕਲਾਸੀਕਲ ਅਰਥ ਸ਼ਾਸਤਰ ਦੇ ਸਿਧਾਂਤ ਦਾ ਹਿੱਸਾ ਆ। ਇੱਥੇ ਸਪਸ਼ਟ ਕਰਨਾ ਲਾਜ਼ਮੀ ਹੈ ਕਿ ਸਿਧਾਂਤਕ ਰੂਪ ਵਿੱਚ ਨਵੀਂ ਕਲਾਸੀਕਲ ਅਰਥ ਸ਼ਾਸਤਰ ਸਰਮਾਏਦਾਰੀ ਆਰਥਿਕ ਪ੍ਰਬੰਧ ਦਾ ਵਿਰੋਧ ਨਹੀਂ ਸਗੋਂ ਸਮਰਥਕ ਹੈ ਤੇ ਸਹਿਕਾਰਤਾ ਦੀ ਪ੍ਰਚਲਿਤ ਧਾਰਨਾ ਦੇ ਨਵ ਕਲਾਸੀਕਲ ਹੋਣ ਦੇ 3 ਪ੍ਰਮਾਣ ਹੈ। ਹੁਣ ਗੱਲ ਇਹ ਹੈ ਕਿ ਕਿਸ ਤਰੀਕੇ ਨਾਲ ਖੇਤੀ ਦੇ ਵਿੱਚ ਜਿਹੜੇ ਕਿਸਾਨ ਹੈ ਉਹਨਾਂ ਨੂੰ ਸੰਭਾਲਿਆ ਜਾਵੇ, ਜਿਹੜੇ ਛੋਟੀਆਂ ਜੋਤਾਂ ਵਾਲੇ ਆ। ਪੰਜਾਬੀ ਬੁੱਧੀਜੀਵੀ ਜਿਹੜੇ ਆ ਸਾਂਝੀ ਖੇਤੀ ਨੂੰ ਵੱਡੇ ਸਰਮਾਏਦਾਰੀ ਢਾਂਚੇ ਵਜੋਂ ਵੱਖ ਕਰਕੇ ਪੇਸ਼ ਕਰਦੇ ਆ, ਭਾਵੇਂ ਇਹ ਸਾਂਝੇ ਖੇਤੀ ਨੂੰ ਵਿਅਕਤੀਗਤ ਪੱਧਰ ਦੇ ਉੱਤੇ ਜੋ ਨਵ ਕਲਾਸੀਕਲ ਮਾਨਤਾਵਾਂ ਨੂੰ ਆਧਾਰ ਬਣਾ ਕੇ ਨਮੂਨੇ ਵਜੋਂ ਪੇਸ਼ ਕਰਦੇ ਆ, ਜਿਸ ਦਾ ਵੱਡੀ ਸਰਮਾਏਦਾਰੀ ਆਰਥਿਕ ਢਾਂਚੇ ਨਾਲ ਕਿਹੋ ਜਿਹਾ ਸਰੋਕਾਰ ਅਤੇ ਸਾਰਥਕਤਾ ਬਣਦੀ ਹੈ ਉਸ ਦਾ ਵਿਸ਼ਲੇਸ਼ਣ ਨਹੀਂ ਕਰਦੇ। ਦੂਜਾ ਇਹ ਹੈ ਕਿ ਸਾਂਝੀ ਖੇਤੀ ਦੀ ਇਸ ਧਾਰਨਾ ਦਾ ਸਾਰਾ ਦਾਰੋਮਦਾਰ ਛੋਟੀ ਕਿਸਾਨੀ ਦੀ ਲੈਣ ਦੇਣ ਲਾਗਤ ਘੱਟ ਕਰਨ ਤੱਕ ਸੀਮਿਤ ਹੈ। ਇਸ ਧਾਰਨਾ ਅਨੁਸਾਰ ਖੇਤੀਬਾੜੀ ਸੰਕਟ ਦੇ ਸ਼ਿਕਾਰ ਛੋਟੇ ਕਿਸਾਨ ਪਰਿਵਾਰਾਂ ਨੂੰ ਆਪਣੀਆਂ ਜੋਤਾਂ ਇਕੱਠੀਆਂ ਕਰਕੇ ਆਪਣਾ ਜੀਵਨ ਚਲਾਉਣਾ ਚਾਹੀਦਾ ਆ। ਕਿਵੇਂ ਚਲਾਉਣਾ ਚਾਹੀਦਾ? ਆਮ ਤੌਰ 'ਤੇ ਕੀ ਹੁੰਦਾ ਹੈ ਕਿ ਇੱਥੇ ਜਿਹੜਾ ਕਿਸਾਨਾਂ ਸਿਰ ਦੋਸਤੋ ਕਰਜ਼ਿਆਂ ਦਾ ਬੋਝ ਚੜ੍ਹਿਆ ਹੋਇਆ, ਉਹ ਇਹ ਹੈ ਕਿ ਜਿੱਥੇ ਆਹ ਗੱਲ ਕੀਤੀ ਗਈ ਹੈ ਉੱਥੇ ਇੱਕ ਕਾਰਨ ਇਹ ਬਣਦਾ ਹੈ ਕਿ ਹੁਣ ਇੱਕ ਪਿੰਡ ਦੇ ਵਿੱਚ ਇੱਕ 50 ਕਿੱਲੇ ਵਾਲਾ ਵੀ ਜੱਟ ਹੈਗਾ ਤੇ ਦੂਜਾ 5 ਕਿੱਲੇ ਵਾਲਾ ਵੀ ਆ। 50 ਕਿੱਲੇ ਵਾਲੇ ਦੇ ਘਰੇ ਵੀ ਟਰੈਕਟਰ ਤੇ ਹਲ ਖੜੇ ਆ, ਹਰ ਤਰ੍ਹਾਂ ਦੀਆਂ ਤਵੀਆਂ ਖੜੀਆਂ, ਹਰ ਤਰ੍ਹਾਂ ਦੇ ਥ੍ਰੈਸ਼ਰ ਖੜੇ ਹੈਗੇ ਆ, ਕੰਬਾਈਨ ਵੀ ਖੜੀ ਆ। ਉਹੀ ਹਾਲਾਤ ਬਣੇ ਆ ਵੀ 50 ਕਿੱਲੇ ਵਾਲਾ ਵੀ ਖੜਾ ਕਰੀ ਬੈਠਾ, 5 ਕਿੱਲੇ ਵਾਲਾ ਵੀ ਖੜਾ ਬੈਠਾ ਆ। 50 ਕਿੱਲੇ ਵਾਲੇ ਦਾ ਸਰ ਜੂਗਾ, 5 ਕਿੱਲੇ ਵਾਲੇ ਦੇ ਸਿਰ ਕਰਜ਼ਾ ਚੜ੍ਹ ਜੂਗਾ ਤੇ ਫਿਰ ਉਹ ਖਤਮ ਆ। ਜੇ ਹੁਣ ਸਾਰੀਆਂ ਛੋਟੀਆਂ ਜੋਤਾਂ ਵਾਲੇ ਕਿਸਾਨ ਰਲ ਕੇ 1 2 10 ਟਰੈਕਟਰ ਵੀ ਚਲੋ ਲੈ ਲੈਣ, ਮੰਨ ਕੇ ਚਲੋ ਸਾਰੇ ਪਿੰਡ ਦੀਆਂ ਛੋਟੀਆਂ ਜੋਤਾਂ ਵਾਲੇ ਕਿਸਾਨ ਇਕੱਠੇ ਹੋ ਜਾਣ, ਤਾਂ ਘੱਟੋ ਘੱਟ ਜਿੱਥੇ ਉਹ ਸਾਰੇ ਕਿਸਾਨ ਥੋੜ੍ਹੀ ਜਿਹੀ ਜ਼ਮੀਨ ਵਿੱਚੋਂ ਕਰਜ਼ਿਆਂ ਦੇ ਉੱਤੇ ਟਰੈਕਟਰ ਲੈ ਲੈਂਦੇ ਆ, ਬੈਂਕ ਕੋਲੋਂ ਕਰਜ਼ਾ ਫੜ ਲੈਂਦੇ ਆ, ਘਰ ਪਾਉਣ ਲਈ ਕਰਜ਼ਾ ਫੜ ਲੈਂਦੇ ਆ, ਜੇ ਉਹ ਰਲ ਮਿਲ ਕੇ ਹੀ ਇਹ ਸਾਰੇ ਕੰਮ ਕਰ ਲੈਣ ਕਿ ਜਿਹੜਾ ਟਰੈਕਟਰਾਂ ਦੇ ਉੱਤੇ, ਹਾਲ ਦੇ ਉੱਤੇ, ਤਵੀਆਂ ਦੇ ਉੱਤੇ, ਥ੍ਰੈਸ਼ਰਾਂ ਦੇ ਉੱਤੇ, ਕੰਬਾਈਨਾਂ ਦੇ ਉੱਤੇ
ਜਾਂ ਫਿਰ ਕਾਫੀ ਸਾਰੇ ਜਿਹੜੇ ਖੇਤੀਬਾੜੀ ਦੇ ਸੰਦ ਆ ਉਹਨਾਂ ਉੱਤੇ ਜਿਹੜਾ ਪੈਸਾ ਖਰਚ ਹੁੰਦਾ ਹੈ ਉਹ ਨਾ ਹੋਵੇ। ਦੂਜੀ ਗੱਲ ਇਹ ਆ ਕਿ ਜਿਹੜੀਆਂ ਹੁਣ ਅਸੀਂ ਮਸ਼ੀਨਾਂ ਦੇ ਜ਼ਰੀਏ ਕੰਮ ਕਰਦੇ ਹਾਂ, ਪਹਿਲਾਂ ਜਿਵੇਂ ਅਸੀਂ ਸੱਦਾ ਦਿੰਦੇ ਹੁੰਦੇ ਸੀਗੇ, ਉਸ ਸੱਦੇ ਵਿੱਚ ਇਹ ਹੁੰਦਾ ਸੀਗਾ ਵੀ ਚਲੋ ਭਾਈ ਕਿਸੇ ਨੂੰ ਜਿਹੜਾ ਹੈਗਾ ਆ ਸੱਦਾ ਦੇ ਦਿਓ ਵੀ ਆਪਾਂ ਰਲ ਮਿਲ ਕੇ ਜਿਹੜਾ ਹੈਗਾ ਅੱਜ ਵਾਢੀ ਕਰਨੀ ਆ, ਅੱਜ ਰਲ ਮਿਲ ਕੇ ਖੇਤ 'ਚੋਂ ਗੰਦ ਕੱਢਣਾ ਜਾਂ ਨਰਮਾ ਚੁਗਣਾ ਹੈਗਾ, ਠੀਕ ਹੈ। ਉਹ ਜਿਹੜੀ ਸੱਦ ਸੀ ਨਾ, ਉਹ ਸੱਦ ਵੱਜਣੋਂ ਹਟ ਗਈ ਹੈ। ਉਹਦੇ ਨਾਲ ਕੀ ਹੁੰਦਾ ਸੀਗਾ ਕਿ ਕੰਮ ਇੱਕ ਤਾਂ ਛੇਤੀ ਨਿਬੜ ਜਾਂਦਾ ਹੁੰਦਾ ਸੀਗਾ, ਇੱਕ ਜਿਹੜਾ ਬੇਲੋੜਾ ਮਜ਼ਦੂਰੀ ਦਾ ਜਿਹੜਾ ਖਰਚਾ ਪੈਂਦਾ ਪਿਆ ਨਾ, ਉਹ ਨਹੀਂ ਸੀ ਪਹਿਲਾਂ ਪੈਂਦਾ ਗਾ। ਅਤੇ ਇਸ ਕਰਕੇ ਉਹ ਜਿਹੜੀਆਂ ਚੀਜ਼ਾਂ ਵਿਰਸੇ ਦੀਆਂ ਵੀ ਖਤਮ ਹੋਈਆਂ, ਉਸ ਕਰਕੇ ਵੀ ਕਿਸਾਨੀ ਦੇ ਉੱਤੇ ਜਿਹੜਾ ਵੱਡਾ ਬੋਝ ਆ ਉਹ ਪਿਆ ਆ। ਜਿਹੜੇ ਬੁੱਧੀਜੀਵੀ ਹੈ ਉਹ ਕਿਤੇ ਵੀ ਖੇਤੀ ਸੰਕਟ ਨੂੰ ਹੱਲ ਕਰਨ ਲਈ ਉਦਯੋਗੀਕਰਨ ਅਤੇ ਸ਼ਹਿਰੀਕਰਨ ਦੀ ਮਹੱਤਤਾ 'ਤੇ ਜ਼ੋਰ ਨਹੀਂ ਦਿੰਦੇ। ਉਹ ਸਹਿਕਾਰੀ ਖੇਤੀ ਨੂੰ ਪੇਂਡੂ ਅਤੇ ਸਮੁੱਚੇ ਆਰਥਿਕ ਵਿਕਾਸ ਦੇ ਪ੍ਰੋਜੈਕਟ ਨਾਲ ਨਹੀਂ ਜੋੜਦੇ। ਅਤੇ ਇਸ ਪ੍ਰਸੰਗ ਵਿੱਚ ਜਿਹੜਾ ਨਵ ਕਲਾਸੀਕਲ ਅਰਥ ਸ਼ਾਸਤਰੀਆਂ ਵਾਂਗ ਉਹ ਖੇਤੀ ਦੇ ਸੰਕਟ ਦੇ ਹੱਲ ਦੇ ਇਤਿਹਾਸਕ ਪ੍ਰਸੰਗ ਨੂੰ ਬਿਲਕੁਲ ਅਗੌਲਿਆਂ ਕਰ ਦਿੰਦੇ ਆ। ਇਸ ਵਰਤਾਰੇ ਦਾ ਛੁਪਿਆ ਮਨੋਰਥ ਇਹ ਬਣਦਾ ਆ ਕਿ ਇਹਨਾਂ ਦੀ ਸਹਿਕਾਰੀ ਖੇਤੀ ਦੀ ਧਾਰਨਾ ਧਨਾੜ ਕਿਸਾਨੀ ਦੀ ਪਿੰਡ ਤੇ ਸਿਆਸੀ ਅਤੇ ਆਰਥਿਕ ਪ੍ਰਬੰਧ 'ਤੇ ਪਕੜ ਬਣਾ ਕੇ ਰੱਖਦੀ ਹੈ। ਇਸ ਧਾਰਨਾ ਦਾ ਉਦੇਸ਼ ਖੇਤੀਬਾੜੀ ਵਿੱਚ ਛੋਟੀ ਕਿਸਾਨੀ ਦਾ ਸਾਹ ਚੱਲਦਾ ਰੱਖਣਾ, ਅਸਲ ਵਿੱਚ ਧਨਾੜ ਕਿਸਾਨੀ ਦੁਆਰਾ ਸਰਕਾਰ ਦੀਆਂ ਉਹਨਾਂ ਨੀਤੀਆਂ ਦਾ ਵਿਰੋਧ ਕਰਨ ਲਈ ਜਨਤਕ ਸਮਰਥਨ ਕਾਇਮ ਰੱਖਣਾ ਆ ਜੋ ਉਹਨਾਂ ਦੀ ਲਾਭਦਾਰ ਘੱਟ ਕਰਨ ਦੇ ਖਦਸ਼ੇ ਪੈਦਾ ਕਰਦੀਆਂ ਨੇ। ਹੁਣ ਸਹਿਕਾਰੀ ਖੇਤੀ ਦਾ ਜਿਹੜਾ ਬਦਲਵਾਂ ਸਿਧਾਂਤ ਆ ਉਹਦੀ ਗੱਲ ਕਰ ਲਈਏ ਤਾਂ ਸਰਮਾਏਦਾਰੀ ਪ੍ਰਬੰਧ ਅਧੀਨ ਸਹਿਕਾਰਤਾ ਦੀ ਸਾਰਥਿਕਤਾ ਤਾਂ ਹੀ ਹੋ ਸਕਦੀ ਹੈ ਕਿ ਉਹ ਚਾਰ ਮੁੱਖ ਸਰਮਾਏਦਾਰੀ ਦੀਆਂ ਜਿਹੜੀਆਂ ਮੰਡੀਆਂ ਦੀ ਖੇਤੀਬਾੜੀ ਉਤਪਾਦਨ ਪ੍ਰਕਿਰਿਆ ਉੱਤੇ ਖੜਵੇਂ ਦਾ ਕੰਟਰੋਲ ਦੀ ਜਕੜ ਘਟਾ ਸਕੇ। ਇਸ ਦੇ ਨਾਲ ਹੀ ਜਿਹੜਾ ਇਹ ਸਿਧਾਂਤ ਹੈ ਵਿਕਾਸ ਪੱਖੀ ਹੋਣਾ ਚਾਹੀਦਾ, ਜਿਸ ਦਾ ਅੰਤਮ ਉਦੇਸ਼ ਖੇਤੀ ਦੇ ਸੰਕਟ ਦਾ ਸਥਾਈ ਹੱਲ ਕੱਢਿਆ ਜਾਵੇ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਸਹਿਕਾਰਤਾ ਦਾ ਸਿਧਾਂਤ ਖੜਵੀਂ ਸਾਂਝੀਵਾਲਤਾ ਦੇ ਆਧਾਰ ਦੇ ਉੱਤੇ ਹੋਵੇ। ਮਸਲਾ ਇਹ ਹੈ ਕਿ ਸਹਿਕਾਰਤਾ ਦਾ ਬਦਲਵਾਂ ਸਿਧਾਂਤ ਕਿਸਾਨੀ ਪਰਿਵਾਰਾਂ ਦੇ ਮੈਂਬਰਾਂ ਨੂੰ ਪੇਂਡੂ ਵੇਰਵੇ ਦੀ ਰੂੜੀਵਾਦੀ ਮਿੱਥ ਦੇ ਵਾਸਤੇ ਪਾ ਕੇ ਖੇਤੀ ਉਤਪਾਦਨ ਤੱਕ ਸੀਮਿਤ ਕਰਨ ਦੀ ਬਜਾਏ ਉਹਨਾਂ ਨੂੰ ਖੇਤੀ ਉਤਪਾਦਨ ਨਾਲ ਸੰਬੰਧਿਤ ਸਾਰੀਆਂ ਇਕਾਈਆਂ, ਜਿਸ ਵਿੱਚ ਪੈਦਾਵਾਰ ਤੋਂ ਲੈ ਕੇ ਤੇ ਫਿਰ ਮੰਡੀਕਰਨ ਦੀ ਪ੍ਰਕਿਰਿਆ ਤੱਕ ਦੀ ਆਰਥਿਕ, ਸਿਆਸੀ ਅਤੇ ਸਮਾਜਿਕ ਗਤੀਵਿਧੀਆਂ ਬਾਰੇ ਵੀ ਉਹਨਾਂ ਨੂੰ ਨੌਲੇਜ ਹੋਣੀ ਚਾਹੀਦੀ ਹੈ। ਤਾਂ ਇਸ ਉਦੇਸ਼ ਨਾਲ ਸਹਿਕਾਰਤਾ ਦੀ ਲੜੀ ਜਿਹੜੀ ਆ ਉਹ ਤਿਆਰ ਹੋਣੀ ਚਾਹੀਦੀ ਹੈ। ਸਹਿਕਾਰਤਾ ਦੇ ਇਸ ਸਿਧਾਂਤ ਅਨੁਸਾਰ ਸਹਿਕਾਰਤਾ ਦੀਆਂ ਵੱਖ-ਵੱਖ ਇਕਾਈਆਂ ਜਿਹੜੀਆਂ ਨੇ ਆਪਸ ਵਿੱਚ ਵਰਟੀਕਲ ਲਾਈਨ ਦੇ ਨਾਲ ਜੁੜੀਆਂ ਹੋਣੀਆਂ ਚਾਹੀਦੀਆਂ ਆ। ਤਾਂ ਇਸ ਤਰ੍ਹਾਂ ਦੀ ਸਹਿਕਾਰਤਾ ਦੇ ਸਿਧਾਂਤ ਲਈ ਸਭ ਤੋਂ ਮਹੱਤਵਪੂਰਨ ਸਵਾਲ ਇਹ ਹੈ ਕਿ ਸਹਿਕਾਰਤਾ ਰਾਹੀਂ ਸਰਮਾਏਦਾਰੀ ਵਰਟੀਕਲ ਕੰਟਰੋਲ, ਜਿਸ ਦਾ ਉਦੇਸ਼ ਛੋਟੀ ਕਿਸਾਨੀ ਅਤੇ ਖੇਤੂ ਮਜ਼ਦੂਰਾਂ ਦਾ ਸ਼ੋਸ਼ਣ ਕਰਨਾ, ਇਹਨੂੰ ਸਹਿਕਾਰੀ ਵਰਟੀਕਲ ਸਾਂਝੀਵਾਲਤਾ ਨਾਲ ਕਿਸ ਤਰ੍ਹਾਂ ਬਦਲਿਆ ਜਾ ਸਕੇ। ਸੋ ਇਹ ਹੈ ਵੀ ਜੇ ਪੰਜਾਬ ਦੇ ਛੋਟੇ ਕਿਸਾਨਾਂ ਜਾਂ ਖੇਤ ਮਜ਼ਦੂਰਾਂ ਵਾਸਤੇ ਸੋਚਣਾ ਆ ਤੇ ਉਹਨਾਂ ਵਾਸਤੇ ਇੱਕ ਅਜਿਹਾ ਸਾਂਝੀਵਾਲਤਾ ਦਾ ਜਿਹੜਾ ਆ ਸਹਿਕਾਰਤਾ ਦਾ ਪੱਖ ਜਿਹੜਾ ਆ ਉਹ ਰੱਖਣਾ ਪਊਗਾ, ਜਿਸ ਕਰਕੇ ਛੋਟੇ ਕਿਸਾਨ ਜਿਹੜੇ ਉਹ ਖਤਮ ਨਾ ਹੋਣ। ਉਹਨਾਂ ਨੂੰ ਹਰ ਚੀਜ਼ ਦੀ ਜਿਹੜੀ ਉਹ ਜਾਣਕਾਰੀ ਵੀ ਹੋਣੀ ਚਾਹੀਦੀ ਆ, ਜਿਸ ਕਰਕੇ ਖੇਤੀ ਨਾਲੋਂ ਜਿਹੜੇ ਆ ਉਹ ਪੀੜ੍ਹੀ ਟੁੱਟੇ ਨਾ ਅਤੇ ਕਰਜ਼ਾਈ ਵੀ ਨਾ ਹੋਵੇ ਅਤੇ ਸਾਰਿਆਂ ਨੂੰ ਕੰਮ ਵੀ ਮਿਲੇ, ਪੈਦਾਵਾਰਾਂ ਦੀ ਜਿਹੜੀ ਉਹਨਾਂ ਨੂੰ ਮੁਨਾਫਾ ਆ ਉਹ ਵੀ ਹਰ ਹੀਲੇ ਮਿਲੇ। ਸੋ ਦੋਸਤੋ, ਇਹ ਸੀ ਦੋ ਖਬਰਾਂ ਜਿਨ੍ਹਾਂ ਦੇ ਉੱਤੇ ਚਰਚਾ ਕੀਤੀ ਆ। ਇੱਥੇ ਹੀ ਕਰਦੇ ਹਾਂ ਸਮਾਪਤ। ਧੰਨਵਾਦ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬਾਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬਾਡੀ ਤੇ ਆਓ। ਅਸੀਂ ਇੱਥੇ ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਆਰ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ੍ਹ ਦਿੰਦੇ ਹਾਂ ਅਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਆਰ ਨੂੰ ਭੇਜ ਦਿੰਦੇ ਹਾਂ। ਕੋਈ ਵੀ ਤੁਹਾਡੀ ਗੱਡੀ 'ਤੇ ਸਕ੍ਰੈਚ, ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ੍ਹ ਲੈਂਦੇ। ਇਹ ਸ਼ਾਪ ਜਿਹੜੀ ਆ ਇਹ ਐਮਪੀਆਰ ਦੀ ਕ੍ਰੈਡਿਟਡ ਸ਼ਾਪ ਹੈਗੀ ਆ ਵਾ।
ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ MPA ਨੂੰ। ਇੱਥੇ ਹੀ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਨੇ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ, ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ ਤੇ ਰਹੂਗੀ ਉਦੋਂ ਤੱਕ ਅਸੀਂ ਕਾਰ ਰੈਂਟਲ ਵੀ ਦੇਵਾਂਗੇ। ਵੈਨ ਆ, ਟਰੱਕ, SUV, ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਹੈ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਰ ਪ੍ਰੋਗਰਾਮ ਲੈ ਕੇ ਆਏ। MPA ਦਾ ਵਿੰਟਰ ਟਾਇਰ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ MPA ਹੀ ਲੋਨ ਦਿੰਦੀ ਆ। ਵਿੰਟਰ ਟਾਇਰ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਓ 2044211300 ਤੇ, ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋਬੋਡੀ ਵਾਲਿਆਂ ਕੋਲ ਆਇਆ ਤੇ MPA ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ। ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋਬੋਡੀ 64 ਸੈਲਟਰ ਸਟਰੀਟ ਵਿਨੀਪੈਗ MB ਕੈਨੇਡਾ ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300।